ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਉਹਨਾਂ ਨੇ ਯੁੱਧਵੀਰ ਸਿੰਘ ਨੂੰ ਨਹੀਂ, ਦਸਤਾਰ ਨੂੰ ਖਾਲਿਸਤਾਨੀ ਕਿਹਾ, ਖਾਲਿਸਤਾਨੀ ਕਿਹਾ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ, ਤੁਸੀਂ ਜਿਹੜਾ ਲਫ਼ਜ਼ ਖਾਲਿਸਤਾਨ ਹੈ, ਇਹਦੇ ਤੋਂ ਕੀ ਭਾਵ ਜਿਹੜਾ ਤੁਸੀਂ ਮੰਨਦੇ ਹੋ ਕਿ ਖਾਲਿਸਤਾਨ ਆਖਰ ਹੈ ਕੀ? ਇੱਕ ਲੜਕੀ ਹੈ ਸ਼ਰਮਾ ਜੀ, ਜਿਹੜੀ ਵਕੀਲ ਹਨ ਸ਼ਾਇਦ ਹਰਿਆਣਾ ਦੇ, ਮੈਨੂੰ ਨਾਮ ਭੁੱਲ ਜਾਂਦਾ ਹੈ, ਉਹ ਆਖਦੇ ਨੇ ਅਗਰ ਇਹ ਖਾਲਿਸਤਾਨ ਹੁੰਦਾ ਹੈ ਤਾਂ ਇਹ ਸਾਰੇ ਮੁਲਕ ਵਿੱਚ ਐਸਾ ਖਾਲਿਸਤਾਨ ਕਿਉਂ ਨਹੀਂ ਫਿਰ ਤਾਂ ਤੁਹਾਨੂੰ ਮੇਰੇ ਖਿਆਲ ਦੇ ਵਿੱਚ ਅਗਰ ਕੋਈ ਖਾਲਿਸਤਾਨੀ ਕਹਿੰਦਾ ਹੈ ਤੁਹਾਨੂੰ ਤਾਂ ਬੜਾ ਪ੍ਰਾਊਡ ਫੀਲ ਹੋਣਾ ਚਾਹੀਦਾ ਸੀ। ਸਰ ਮੈਨੂੰ ਦੱਸਿਆ ਨਾ ਉਸ ਤਰੀਕੇ ਨਾਲ ਸੋਚਿਆ ਤਾਂ ਆਈ ਫੀਲ ਪ੍ਰਾਊਡ। ਵੈਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਸੀ ਸਾਂਝ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਹੱਕ ਅਤੇ ਸੱਚ ਦੀ ਆਵਾਜ਼ ਚੱਕਣ ਵਾਲਾ ਆਪਸੀ ਸਾਂਝ ਟੀਵੀ, ਅਡੋਲ ਸੱਚ ਦਾ ਅਡੋਲ ਸਾਥੀ। ਅੱਜ ਅਸੀਂ ਪਹੁੰਚੇ ਹਾਂ ਜੰਮੂ ਦੇ ਵਿੱਚ, ਜੋ ਇੱਕ ਦਿਨ ਪਹਿਲਾਂ ਇੱਕ ਮਾਮਲਾ ਹੋਇਆ ਹੈ। GMC ਦੇ ਹਾਊਸ ਦੇ ਵਿੱਚ ਇੱਕ ਸਰਦਾਰ ਸਿੱਖ ਜੋ ਕਾਰਪੋਰੇਟਰ ਹਨ, ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਬੁਲਾਇਆ ਗਿਆ। ਗੱਲ ਕਰ ਰਹੇ ਹਾਂ ਸਰਦਾਰ ਯੁੱਧਵੀਰ ਸਿੰਘ ਜੀ ਪ੍ਰੋਫੈਸਰ ਦੀ। ਸਿਰਫ ਪ੍ਰੋਫੈਸਰ ਹੀ ਨਹੀਂ, ਆਪਣੀ ਜ਼ਿੰਦਗੀ ਬੱਚਿਆਂ ਨੂੰ ਤਾਲੀਮ ਹੀ ਨਹੀਂ ਦਿੱਤੀ ਸਿਰਫ, ਬਲਕਿ ਦੇਸ਼ ਦਾ, ਸਮਾਜ ਦਾ, ਕੌਮ ਦਾ ਭਲਾ ਵੀ ਕਰਦੇ ਰਹੇ। ਇਹ ਸਰਵਿਸ ਸਿਲੈਕਸ਼ਨ ਬੋਰਡ ਦੇ ਵਿੱਚ ਮੈਂਬਰ ਵੀ ਰਹਿ ਚੁੱਕੇ ਨੇ। ਇਹਨਾਂ ਦੀ ਅਗਰ ਅਸੀਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਇਹ ਹਾਈਲੀ ਕੁਆਲੀਫਾਈਡ, ਯਾਨੀ ਕਿ ਪੂਰੇ ਜੰਮੂ ਕਸ਼ਮੀਰ UT ਦੇ ਵਿੱਚ ਜਿਤਨੇ ਵੀ ਮਿਊਨਿਸਪਲ ਕਾਰਪੋਰੇਸ਼ਨਸ ਦੇ ਵਿੱਚ ਕਾਰਪੋਰੇਟਰਸ ਨੇ ਜਾਂ ਮੇਅਰਸ ਨੇ, ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਇਹ ਕਾਰਪੋਰੇਟਰ ਨੇ। ਬਹੁਤ ਵੱਡੀ ਗੱਲ ਹੈ। ਇਸ ਤੋਂ ਇਲਾਵਾ ਰੂਸਾ ਦੇ ਵੀ ਇਹ ਮੈਂਬਰ ਰਹਿ ਚੁੱਕੇ ਨੇ, ਰੂਸਾ ਦੇ ਮਾਫ ਕਰਨਾ ਐਡਵਾਈਜ਼ਰ ਰਹਿ ਚੁੱਕੇ ਨੇ। ਇੰਨੀ ਵੱਡੀ ਪਾਕ ਸਾਫ ਹਸਤੀ ਨੂੰ ਇੱਕ ਨਾਰਮਲ ਜਿਹਾ ਇੱਕ ਪਾਰਟੀ ਦੇ ਨਾਲ ਤਲਕ ਰੱਖਣ ਵਾਲਾ, ਖੁੱਲ੍ਹ ਕੇ ਕਵਾਂ BJP ਦੇ ਕਾਰਪੋਰੇਟਰ ਯਸ਼ਪਾਲ ਸ਼ਰਮਾ, ਉਹਨਾਂ ਨੇ ਮੇਅਰ ਦੇ ਸਾਹਮਣੇ ਚਲਦੇ ਹਾਊਸ ਦੇ ਵਿੱਚ, ਜਦੋਂ ਕਿ ਸਿੰਘ ਸਾਹਿਬ ਜਿਹੜੇ ਨੇ ਇਹ ਜਨਤਾ ਦੇ ਹੱਕਾਂ ਦੀ ਗੱਲ ਕਰ ਰਹੇ ਸੀ, ਸਾਹਮਣੇ ਖਾਲਿਸਤਾਨੀ ਕਹਿ ਕੇ ਬੁਲਾਇਆ। ਸਭ ਤੋਂ ਪਹਿਲਾਂ ਆਓ ਪ੍ਰੋਫੈਸਰ ਸਾਹਿਬ ਦਾ ਅਸੀਂ ਕਰੀਏ ਸਵਾਗਤ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਸੀ ਸਾਂਝ ਟੀਵੀ ਤੇ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ। ਪਹਿਲਾ ਸਵਾਲ ਇੰਟਰੋਡਕਸ਼ਨ, ਥੈਂਕ ਯੂ। ਪਹਿਲਾ ਸਵਾਲ ਜਿਹੜਾ ਹੈ ਉਹ ਇਹ ਹੈ ਕਿ ਕੱਲ੍ਹ ਜੋ ਸਾਰਾ ਕਾਰਾ ਵਾਪਰਿਆ, ਤੁਹਾਨੂੰ ਖਾਲਿਸਤਾਨੀ ਕਹਿ ਕੇ ਬੁਲਾਇਆ ਗਿਆ। ਤੁਹਾਡੇ ਇਸ ਪਾਸੇ ਵੀ, ਤੁਹਾਡੇ ਇਸ ਪਾਸੇ ਵੀ, ਤੁਹਾਡੇ ਪਿੱਛੇ ਵੀ, ਤੇ ਸ਼ਾਇਦ ਅੱਗੇ ਮੇਅਰ ਸਾਹਿਬ ਵੀ, ਕੋਈ ਵੀ ਲਗਭਗ ਦਸਤਾਰਧਾਰੀ ਨਹੀਂ ਸੀ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਉਹਨਾਂ ਨੇ ਯੁੱਧਵੀਰ ਸਿੰਘ ਨੂੰ ਨਹੀਂ, ਦਸਤਾਰ ਨੂੰ ਖਾਲਿਸਤਾਨੀ ਕਿਹਾ? ਇਹ ਤਾਂ ਬਿਲਕੁਲ ਕੋਈ ਇਹ ਕਹਿਣ ਵਾਲੀ ਗੱਲ ਨਹੀਂ ਹੈ ਨਾ। ਇਹ ਤਾਂ ਐਪਰੈਂਟ ਹੈ ਕਿ ਜਿਹੜਾ ਇਹਨਾਂ ਦੇ ਦਸਤੂਰ ਹਨ, ਕਾਲ ਦਾ ਮੈਡ ਡੌਗ ਮੈਡ ਐਂਡ ਸ਼ੂਟ, ਓਕੇ, ਇੱਕ ਬੜਾ ਕਾਮਨ ਡਿਕਟਮ ਹੈ ਇਹਨਾਂ ਦਾ, ਕੈਨਨ ਹੈ ਇਹਨਾਂ ਦੇ, ਪ੍ਰਿੰਸੀਪਲ ਇਹਨਾਂ ਨੇ ਫੋਲੋ ਕੀਤਾ ਦਾ। ਜੇ ਮੁਸਲਿਮ ਗੱਲ ਕਰਦਾ ਹੈ ਉਹਨੂੰ ਪਾਕਿਸਤਾਨੀ ਕਹਿ ਦਿਓ, ਸਿੱਖ ਗੱਲ ਕਰਦਾ ਹੱਕਾਂ ਦੀ, ਪਬਲਿਕ ਦੇ ਹੱਕਾਂ ਦੀ, ਆਪਣੇ ਹੱਕਾਂ ਦੀ, ਉਸਨੂੰ ਖਾਲਿਸਤਾਨੀ ਕਹਿ ਦਿਓ। ਜੇ ਕੋਈ ਤੁਹਾਡਾ ਪੜ੍ਹਿਆ ਲਿਖਿਆ ਆਦਮੀ ਗੱਲ ਕਰਦਾ ਤਾਂ ਉਹ ਇੱਕ ਨਵੀਂ ਬੜੀ ਜ਼ਬਰਦਸਤ ਇੱਕ ਟਰਮੀਨੋਲੋਜੀ ਹੈ, ਅਰਬਨ ਨੈਕਸਲਾਈਟ। ਕੀ ਬਾਤ ਹੈ। ਇਹ ਇਤਨੇ ਖੋਜੀ ਦਿਮਾਗ ਹਨ ਇਹਨਾਂ ਦੇ, ਇਹ ਉਸ ਤਰੀਕੇ ਦੀਆਂ ਗੱਲਾਂ ਕਰਕੇ ਡਿਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਫਾਰ ਦਾ ਟਾਈਮ ਬੀਇੰਗ ਜਦੋਂ ਮੈਨੂੰ ਇਸ ਤਰ੍ਹਾਂ ਕੀਤਾ, ਮੈਂ ਵੀ, ਮੇਰੇ ਵੀ ਹਿਰਦੇ ਨੂੰ ਚੋਟ ਲੱਗੀ। ਮੈਂ ਜ਼ਿੰਦਗੀ ਦੇ ਵਿੱਚ ਇੰਨੀ ਸਰਵਿਸ ਕਰਨ ਦੇ ਬਾਵਜੂਦ ਵੀ ਐਸੀ ਮੈਂ ਕਦੀ ਬਦ ਕਲਾਮੀ ਨਹੀਂ ਸੁਣੀ। ਹਾਲਾਂਕਿ ਬੱਚੇ ਬੜੇ ਨਾ ਸਮਝ ਹੁੰਦੇ ਨੇ, ਇਹ ਤਾਂ ਬਜ਼ੁਰਗ ਸਨ, ਸਿਆਣੇ ਨਹੀਂ ਉਮਰ ਦੇ। ਖਾਲਿਸਤਾਨੀ ਕਿਹਾ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ, ਤੁਸੀਂ ਜਿਹੜਾ ਲਫ਼ਜ਼ ਖਾਲਿਸਤਾਨ ਹੈ, ਇਹਦੇ ਤੋਂ ਕੀ ਭਾਵ ਜਿਹੜਾ ਤੁਸੀਂ ਮੰਨਦੇ ਹੋ ਕਿ ਖਾਲਿਸਤਾਨ ਆਖਰ ਹੈ ਕੀ? ਬੜਾ ਟਿਪੀਕਲ ਕੁਐਸਚਨ ਹੈ। ਇਸ ਦੇ ਦੋ ਪਹਿਲੂ ਹੈ ਖਾਲਿਸਤਾਨ ਦੇ। ਇੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਜਿਹੜਾ ਹੈ ਖਾਲਿਸਤਾਨ ਹੀ ਸੀਗਾ ਜੀ। ਔਰ ਉਹ ਮੈਟਰ ਆਫ ਪ੍ਰਾਈਡ ਹੈ। ਐਵਰੀ ਸਿੱਖ ਨਹੀਂ ਮੈਂ ਕਹਿ ਰਿਹਾ, ਐਵਰੀ ਪੰਜਾਬੀ ਵੀ ਨਹੀਂ ਕਹਿ ਰਿਹਾ, ਐਵਰੀ ਇੰਡੀਅਨ ਕਹਿ ਰਿਹਾ ਮੈਂ। ਵੈਰੀ ਨਾਈਸ। ਸਾਰੇ ਹਰ ਇੰਡੀਅਨ ਲਈ, ਕਿਤੋਂ ਕਾਬੁਲ ਕੰਧਾਰ ਤੋਂ ਸ਼ੁਰੂ ਕਰਕੇ ਤਿੱਬਤ ਤੱਕ ਰਾਜ ਪਾਠ 40 ਸਾਲ
ਜਿੱਥੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ, ਕਿਸੇ ਦਾ ਰੇਪ ਨਹੀਂ ਸੁਣਿਆ ਜਾਂਦਾ, ਔਰ ਐਸਾ ਰਾਜ ਜਿੱਥੇ ਬਿਲਕੁਲ ਸੱਚ ਦਾ ਅੰਮ੍ਰਿਤ ਵਰਸ਼ਾ ਹੁੰਦੀ ਹੋਵੇ। ਔਰ ਇਸ ਤੋਂ ਵੱਧ ਕੀ ਹੁੰਦਾ ਹੈ ਜੀ? ਇਹੋ ਖਾਲਿਸਤਾਨ ਹੈ। ਠੀਕ ਹੈ, ਖਾਲਸਾ ਰਾਜ ਕਹਿੰਦੇ ਸੀ ਉਸ ਵੇਲੇ, ਅੱਜ ਵੀ ਸਾਡੀ ਜੰਮੂ ਦੀ ਜ਼ਮੀਨਾਂ ਜਿਹੜੀਆਂ ਨਾ ਖਾਲਸਾ ਸਰਕਾਰ, ਖਾਲਸਾ ਸਰਕਾਰ ਦੇ ਨਾਮ ਤੇ ਜ਼ਮੀਨਾਂ ਬੋਲਦੀਆਂ ਨੇ, ਦੈਟ ਇਜ਼ ਖਾਲਸਾ ਰਾਜ। ਅੱਜ ਖਾਲਿਸਤਾਨ ਕਹਿ ਲਓ। ਇਹ ਤੇ ਪ੍ਰਾਊਡ ਹੈ ਸਾਰੇ ਲੋਕਾਂ ਵਾਸਤੇ, ਭਾਰਤ ਦੇ ਲੋਕਾਂ ਵਾਸਤੇ। ਲੇਕਿਨ ਜਿਹੜਾ ਖਾਲਸਾ ਇੱਕ ਮਨੂਵਾਦੀ ਲੋਕਾਂ ਦੀ ਵਿਚਾਰਧਾਰਾ ਦੇ ਮੁਤਾਬਕ, ਜਿਸ ਦੀ ਮੁਤਾਬਕ ਇਹ ਲੋਕਾਂ ਨੂੰ ਡਿਮੋਰਲਾਈਜ਼ ਕਰਦੇ ਨੇ, ਉਹ ਜਿਹੜਾ ਹੈ ਓਛਾ ਹੈ, ਉਹ ਠੀਕ ਨਹੀਂ ਹੈ। ਕਿਤੇ ਨਾ ਕਿਤੇ ਭਗਤ ਕਬੀਰ ਜੀ ਵੀ ਕਹਿੰਦੇ ਹਨ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਨ ਜਾਨੀ। ਜੀ ਇਸੇ ਤਰ੍ਹਾਂ ਹੋਰ ਵੀ ਭਗਤਾਂ ਨੇ ਐਸੇ ਸਮਾਜ ਦੀ, ਜਿਸ ਸਮਾਜ ਦੀ ਸ਼ਾਇਦ ਕੱਲ੍ਹ ਤੁਸੀਂ ਗੱਲ ਕਰਨਾ ਚਾਹੁੰਦੇ ਸੀ, ਜੀ ਉਹ ਗੱਲ ਜਿਹੜੀ ਹੈ ਕਈ ਭਗਤਾਂ ਨੇ ਕਹੀ ਹੈ। ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਖਾਲਸੇ ਦਾ ਜਿਹੜਾ ਕੁਝ ਸਮਝਦੇ ਹੋ ਕਿ ਕੀ ਹੈਗਾ ਖਾਲਿਸਤਾਨ ਬੇਸਿਕਲੀ ਤਾਂ ਤੁਸੀਂ ਗੁਰੂ ਰਵਿਦਾਸ ਬਾਬਾ ਜੀ ਨੂੰ ਤੁਸੀਂ ਸਾਰੇ ਜਾਣਦੇ ਜੀ, ਉਹਨਾਂ ਦੀ ਬਾਣੀ ਵੀ ਜਾਣਦੇ ਹੋ, ਔਰ ਸਾਰੇ ਉਹਨਾਂ ਦੀ ਅੰਮ੍ਰਿਤ ਬਾਣੀ ਨੂੰ ਸੁਣਦੇ ਹਾਂ, ਅਸੀਂ ਮੱਥਾ ਵੀ ਟੇਕਦੇ ਹਾਂ। ਉਹਨਾਂ ਦੀ ਆਰਤੀ ਸਵੇਰ ਸ਼ਾਮ ਨੂੰ ਆਰਤੀ ਹੁੰਦੀ ਆ ਗੁਰਦੁਆਰਾ ਦੇ ਵਿੱਚ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇਨ ਸਭ ਸਮ ਬਸੇ, ਗੁਰੂ ਰਵਿਦਾਸ ਰਹੇ ਪ੍ਰਸੰਨ। ਇਹ ਖਾਲਸਾ ਰਾਜ ਦੀ ਗੱਲ ਹੈ। ਇਹ ਇਸ ਤੋਂ ਵਧੀਆ ਹੋਰ ਕਿਆ ਰਾਜ ਹੋ ਸਕਦਾ ਹੈ ਜਿੱਥੇ ਛੋਟਾ ਵੱਡਾ ਸਭ ਇੱਕ ਜੈਸਾ ਹੋਵੇ, ਕੋਈ ਕਿਸੇ ਨੂੰ ਦੁੱਖ ਤਕਲੀਫ ਨਾ ਹੋਵੇ, ਸਭ ਨੂੰ ਖਾਣ ਨੂੰ ਮਿਲੇ, ਸਭ ਨੂੰ ਸਿਹਤ ਅੱਛੀ ਮਿਲੇ। ਇਹੋ ਤਾਂ ਖਾਲਸਾ ਰਾਜ, ਮੈਂ ਤਾਂ ਇਹੋ ਖਾਲਸਾ ਰਾਜ ਸਮਝਦਾ, ਮੇਰੀ ਸਮਝ ਦੇ ਮੁਤਾਬਕ ਤਾਂ ਇਹ। ਤੋ ਇਹੀ ਖਾਲਸਾ ਰਾਜ ਕਿਤੇ ਤੁਹਾਨੂੰ ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਿਆ, ਕਿਸਾਨੀ ਮੋਰਚਾ ਜੀ, ਕਿਸਾਨੀ ਮੋਰਚਾ 1 ਸਾਲ ਚੱਲਿਆ ਜੀ ਜੀ, ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ ਨੂੰ ਲੰਘ ਕੇ, ਹਰਿਆਣਾ ਦੇ ਬਾਰਡਰ ਯਾਨੀ ਦਿੱਲੀ ਦੇ ਹਰਿਆਣਾ ਦੇ ਬਾਰਡਰ ਦੇ ਵਿੱਚ ਉਹ ਜਿਹੜਾ ਘੱਟੋ ਘੱਟ ਵੀ 8 ਕਿਲੋਮੀਟਰ ਦਾ ਏਰੀਆ ਜਿਹੜਾ ਸੀ ਇਹ ਕਿਸਾਨੀ ਮੋਰਚਾ ਲੱਗਿਆ। ਦਰਸ਼ਕਾਂ ਨੂੰ ਵੀ ਪਤਾ ਹੈ ਕਿ ਉਸ ਮੋਰਚੇ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਸ ਵੇਲੇ ਕਰੋਨਾ ਦੀ ਲਹਿਰ ਵੀ ਚੱਲ ਰਹੀ ਸੀ, ਲੋਕੀ ਮਾਸਕ ਪਾ ਕੇ ਹੀ ਨਹੀਂ ਬਲਕਿ ਇੱਕ ਦੂਜੇ ਤੋਂ 10-10 ਫੁੱਟ ਦੂਰ ਚੱਲ ਰਹੇ ਸੀ। ਕਿਤੇ ਨਾ ਕਿਤੇ ਉੱਥੇ ਵੀ ਤੁਹਾਨੂੰ ਇਹੋ ਜਿਹੇ ਰਾਜ ਦੀ ਝਲਕ ਨਹੀਂ ਦਿਸੀ? ਮੈਂ ਉਹੀ ਉਹਦੇ ਗੱਲ ਕਰਦਾ ਸੀ। ਦੇਖੋ, ਐਸੇ ਲੋਕ ਉੱਥੇ ਸ਼ਾਮਿਲ ਹੁੰਦੇ ਸੀ, ਬੈਠਦੇ ਸਨ ਜੀ, ਉਹਨਾਂ ਨੂੰ ਤਾਂ ਤਵੱਕਾ ਵੀ ਨਹੀਂ ਸੀ, ਕਦੀ ਸਮਝ ਨਹੀਂ ਸੀ। ਉਹ ਗਰੀਬ ਗੁਰਬਾ ਲੋਕ, ਅਨਪੜ੍ਹ ਲੋਕ, ਕਿਸਾਨ ਲੋਕ, ਸੜਕ 'ਤੇ ਕੂੜਾ ਭੀਨਣ ਵਾਲੇ ਲੋਕ, ਉਹਨਾਂ ਨੂੰ ਵੀ ਪਿਆਰ ਸਤਿਕਾਰ ਦੇ ਨਾਲ ਬਿਠਾ ਕੇ ਲੰਗਰ ਛਕਾਉਂਦੇ। ਕੈਨ ਯੂ ਬਲੀਵ ਉੱਥੇ ਲਾਇਬ੍ਰੇਰੀ ਬਣੀ ਦੀ ਸੀ, ਉੱਥੇ ਸਕੂਲ ਬਣਾ ਦਿੱਤੇ ਟੈਂਪਰੇਰੀ ਮੇਕਸ਼ਿਫਟ ਅਰੇਂਜਮੈਂਟ ਦੇ ਵਿੱਚ। ਬੱਚਿਆਂ ਨੂੰ ਲੋਕ ਅੱਛੀ ਤਾਲੀਮ, ਔਰ ਬੱਚੇ ਖੁਦ ਉੱਥੋਂ ਤੋਂ ਨਿਕਲਦੇ ਨਹੀਂ ਸਨ, ਪੜ੍ਹਦੇ ਸਨ, ਪੜ੍ਹਾਉਂਦੇ ਸਨ, ਉਹਨੂੰ ਖਾਣ ਪੀਣ ਨੂੰ ਖਾਣਾ ਮਿਲਦਾ ਸੀ। ਉਹ ਤਾਂ ਕਹਿੰਦੇ ਸੀ ਐਸੇ ਐਸੇ ਲੋਕਾਂ ਦੇ ਵਰਸ਼ਨ ਅਸੀਂ ਸੁਣੇ ਹੈ, ਐਸੇ ਇੰਟੈਲੀਜੈਂਸ਼ੀਆ ਜਿਹੜਾ ਹੈ ਉਹ ਹਰ ਸਮਾਜ ਵਿੱਚ ਹੁੰਦਾ। ਹਿੰਦੂ ਸਮਾਜ ਦਾ ਤਾਂ ਬਹੁਤ ਜ਼ਬਰਦਸਤ ਇੰਟੈਲੀਜੈਂਸ਼ੀਆ ਹੈ, ਪਾਰ ਐਕਸਲੈਂਸ ਇੰਟੈਲੀਜੈਂਸ਼ੀਆ। ਕੋਈ ਤੁਸੀਂ ਉਹਨਾਂ ਨੂੰ ਕਦੀ ਭੁਲਾ ਹੀ ਨਹੀਂ ਸਕਦੇ, ਉਹਨਾਂ ਦੇ ਵਿਊਜ਼। ਹਿੰਦੂ ਸਮਾਜ ਦੇ ਲੋਕ, ਇੱਕ ਲੜਕੀ ਹੈ ਸ਼ਰਮਾ ਜੀ ਜਿਹੜੀ ਵਕੀਲ ਹਨ ਸ਼ਾਇਦ ਹਰਿਆਣਾ ਦੇ, ਮੈਨੂੰ ਨਾਮ ਭੁੱਲ ਜਾਂਦਾ ਹੈ, ਉਹ ਆਖਦੇ ਨੇ ਅਗਰ ਇਹ ਖਾਲਿਸਤਾਨ ਹੁੰਦਾ ਤਾਂ ਇਹ ਸਾਰੇ ਮੁਲਕ ਵਿੱਚ ਐਸਾ ਖਾਲਿਸਤਾਨ ਕਿਉਂ ਨਹੀਂ? ਇਸੇ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਖਾਲਸਾ ਏਡ ਹੋ ਗਈ, ਯੂਨਾਈਟਿਡ ਸਿੱਖਸ ਹੋ ਗਈ, ਅਤੇ ਇਸ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਸਿੱਖ ਸੰਸਥਾਵਾਂ ਹਨ, ਇਹ ਇੱਕ ਵਾਰੀ ਰੋਹਿੰਗਿਆਜ਼ ਨੂੰ ਵੀ ਲੰਗਰ ਪਾਣੀ ਦੇਣ ਗਈਆਂ ਸਨ, ਆਪਣੀ ਸੇਵਾ ਨਿਭਾਉਣ ਗਈਆਂ ਸਨ। ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਚਲਨ ਸੀ ਉਹਨੂੰ ਅੱਗੇ ਨਿਭਾ ਰਹੇ ਸਨ। ਉਸ ਵੇਲੇ ਵੀ ਇੱਕ ਮੀਡੀਆ ਨੇ, ਖਾਸ ਕਰਕੇ ਨੈਸ਼ਨਲ ਮੀਡੀਆ ਦੇ ਵੱਡੇ ਵੱਡੇ ਚੈਨਲਾਂ ਨੇ, ਉਹਨਾਂ ਨੂੰ ਵੀ ਇੱਕ ਜਿਹੜਾ ਇਹ ਨਾਮ ਦਿੱਤਾ ਸੀ ਖਾਲਿਸਤਾਨੀ, ਯਾਨੀ ਕਿ ਚੰਗੇ ਕੰਮ ਕਰੋਗੇ ਤੇ ਤੁਸੀਂ ਖਾਲਿਸਤਾਨੀ ਹੋ। ਕਿਤੇ ਐਸਾ ਤਾਂ ਨਹੀਂ ਜਦੋਂ ਜੰਮੂ ਹਾਊਸ, ਮਿਊਨਿਸਪੈਲਿਟੀ ਹਾਊਸ ਦੇ ਵਿੱਚ ਤੁਸੀਂ ਬੋਲ ਰਹੇ ਸੀ, ਕਿਆ ਤੁਸੀਂ ਇਸ ਤੋਂ ਕੋਈ ਅਲੱਗ ਗੱਲ ਬੋਲ ਰਹੇ ਸੀ ਚੰਗੇ ਕੰਮਾਂ ਤੋਂ, ਜਾਂ ਜਨਤਾ ਦੇ ਉਲਟ ਕੋਈ ਕੰਮ ਕਰਨ ਵਾਸਤੇ ਕਹਿ ਰਹੇ ਸੀ ਹਾਊਸ ਨੂੰ, ਜਾਂ ਫਿਰ ਕੋਈ ਜਨਤਾ ਦੇ ਹੱਕਾਂ ਦੀ ਗੱਲ ਕਰ ਰਹੇ ਸੀ? ਉਹ ਦੱਸੋ ਕਿ ਤੁਸੀਂ ਗੱਲ ਕੀ ਕਰ ਰਹੇ ਸੀ? ਸਰ, ਅਸੀਂ ਜਨਤਾ ਦੇ ਹੱਕ ਦੀ ਗੱਲ ਕਰਦੇ ਸੀ। ਠੀਕ ਹੈ। ਜਿਹੜੀਆਂ ਮੁਸੀਬਤਾਂ ਆ ਗਈਆਂ ਨੇ ਜਨਤਾ ਦੇ ਉੱਤੇ, ਜੰਮੂ ਦੇ ਲੋਕਾਂ ਦੇ ਉੱਤੇ, ਆਫਟਰ ਡੀਮੋਨੀਟਾਈਜੇਸ਼ਨ, ਯੈਸ, ਦੇਅਰ ਆਫਟਰ GST, ਦੇਅਰ ਆਫਟਰ ਕਰੋਨਾ, ਜਿਹੜੀ ਰੱਬ ਦੀ ਮਾਰ ਸੀ, ਉਹ ਤਾਂ ਕਿਸੇ ਦੀ ਨਹੀਂ ਸੀ, ਮਿਸਮੈਨੇਜਮੈਂਟ ਉਹਦੀ ਹੋ ਸਕਦੀ ਹੈ। ਇਹਦੇ ਨਾਲ
ਜਿਹੜੀ ਇਕਨੋਮੀ ਹੈ, ਜਿਹੜਾ ਸਮਾਜ ਦੇ ਵਿੱਚ ਜਿਹੜਾ ਪੈਸੇ ਦੀ ਆਮਦ ਜਿਹੜੀ ਹੈ ਬਿਲਕੁਲ ਖਤਮ ਹੋ ਗਈ ਸੀ। ਅੱਜ ਪੈਸਾ ਬਿਜ਼ਨਸਮੈਨ ਕੋਲ ਵੀ ਨਹੀਂ ਹੈ, ਤੇ ਗਰੀਬ ਤਾਂ ਵੈਸੇ ਹੀ ਟੁੱਟ ਗਿਆ ਤਾਂ ਉਹ ਤਾਂ ਵੈਸੇ ਵੀ ਰੋਜ਼ ਖੂਹਾਂ ਖੋਦਦਾ, ਰੋਜ਼ ਪਾਣੀ ਭਰਦਾ, ਰੋਜ਼ ਪੀਂਦਾ, ਉਹਨਾਂ ਦਾ ਤਾਂ ਟੋਟਲੀ ਮਰ ਚੁੱਕਿਆ ਦਾ ਕੰਮ। ਉਹਦੇ ਉੱਤੇ ਜਿਸ ਵੇਲੇ ਤੁਸੀਂ ਟੈਕਸ ਦੇ ਉੱਤੇ ਟੈਕਸ ਦੇ ਉੱਤੇ ਟੈਕਸ, ਇੱਕ ਸਕੂਟਰ ਵਾਲਾ ਮਾਮੂਲੀ ਜਿਹਾ ਮੋਟਰਸਾਈਕਲ 2 ਪਹੀਆ ਗੱਡੀ ਲਗਾਉਂਦਾ, ਕਿਤੇ ਰਸਤੇ 'ਚ ਹੈਲਮਟ ਨਹੀਂ ਪਾਈ ਦੀ, 2000-5000 ਰੁਪਏ ਜੁਰਮਾਨਾ ਉਹਨੂੰ ਕਰਕੇ ਤੇ ਉਹਦੀ ਗੱਡੀ ਰੱਖ ਲੈਂਦੇ। ਕਈ ਵਾਰੀ ਤਾਂ ਇਹ ਹਾਲਤ ਹੁੰਦੀ ਹੈ ਬੰਦੇ ਦਾ ਮੋੜ ਗੱਡੀ ਕਹਿੰਦਾ ਛੁਡਾਉਣ ਦੇ ਪੈਸੇ ਨਹੀਂ ਆ, ਰੱਖੋ ਜੇ ਤੁਸੀਂ ਆਵੇ ਜਦੋਂ ਹੋਣਗੇ। ਇਕਨੋਮੀ ਦੀ ਇਹ ਦਸ਼ਾ ਹੋ ਚੁੱਕੀ ਦੀ ਹੈ। ਤਾਂ ਉਹਦੇ ਮੁੱਝ ਅੱਜ ਪ੍ਰਾਪਰਟੀ ਟੈਕਸ ਲਗਾਉਣ ਦੀ ਗੱਲ ਕਰਦੇ ਨੇ। ਮੈਂ ਜਨਤਾ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਸੁਣਨ ਵਿੱਚ ਆਇਆ ਹੈ ਵਾਟਰ ਟੈਕਸ ਵੀ ਜਿਹੜਾ ਹੈ ਉਹਦੇ ਵੀ ਮੀਟਰ ਲੱਗਣੇ ਸ਼ੁਰੂ ਹੋ ਗਏ ਨੇ। ਵਾਟਰ ਟੈਕਸ ਵੀ ਬੜੇ ਵੱਡੇ ਪੈਮਾਨੇ ਦੇ ਵਿੱਚ ਵਾਟਰ ਟੈਕਸ ਲੱਗਣ ਲੱਗਾ ਹੈ। ਜਿਹੜਾ ਤੁਹਾਡੇ ਬਿਜਲੀ ਟੈਕਸ ਜਿਹੜਾ ਇਹਦੇ ਉੱਤੇ ਵੀ ਮਿਊਨਿਸਪੈਲਿਟੀ ਦਾ ਐਕਸਟਰਾ ਟੈਕਸ ਲੱਗ ਜਾਣਾ ਜਿਹੜੀ ਪਾਵਰ ਦੇ ਉੱਤੇ। ਇਸ ਤਰੀਕੇ ਦੇ ਟੈਕਸ ਦੇ ਉੱਤੇ ਟੈਕਸ ਦੇ ਉੱਤੇ ਟੈਕਸ। ਮੈਨੂੰ ਨਹੀਂ ਲੱਗਦਾ ਅਸੀਂ ਜੇ 100 ਰੁਪਈਆ ਕਮਾਉਂਦੇ ਹਾਂ ਤਾਂ ਸਾਨੂੰ 30 ਰੁਪਈਏ ਵੀ ਅਸੀਂ ਘਰ ਲੈ ਕੇ ਜਾਂਦੇ ਹੋਏ ਆਪਣੇ ਬੱਚੇ ਦੀ ਰੋਟੀ ਵਾਸਤੇ ਅਸੀਂ ਤਾਂ ਲੋਕਾਂ ਨੂੰ ਟੈਕਸ ਸਰਕਾਰ ਨੂੰ ਦੇਈ ਜਾ ਰਹੇ ਹਾਂ। ਜਦ ਕਿ ਜਿਹੜੇ ਟੈਕਸ ਦੀ ਜਿਹੜੀ ਤਰੀਕਾਕਾਰ ਚਾਣਕੇ ਨਾਲ ਬੋਲੀ ਦੀ ਹੈ, ਉਹ ਆਦਾ ਸਰਕਾਰ ਨੇ ਟੈਕਸ ਇਸ ਤਰ੍ਹਾਂ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਫੁੱਲ ਦੇ ਵਿੱਚੋਂ ਬਮਰਾ ਰਸ ਕੱਢਦਾ ਹੈ, ਫੁੱਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਸ ਤਰੀਕੇ ਨਾਲ ਸਮਾਜ ਦੇ ਵਿੱਚੋਂ ਟੈਕਸ ਲੈਣਾ ਚਾਹੀਦਾ। ਇਹਨਾਂ ਦਾ ਫੁੱਲ ਹੀ ਨਿਚੋੜ ਦਿੰਦੇ ਨੇ, ਫੁੱਲ ਰਸ ਕੱਢਣ ਦੇ ਚੱਕਰ ਦੇ ਤਾਂ ਫੁੱਲ ਨੂੰ ਤਹਿਸ-ਨਹਿਸ ਕਰ ਦਿੰਦੇ। ਦਿਸ ਇਜ਼ ਦਾ ਪੁਆਇੰਟ ਆਫ ਵਿਊ, ਔਰ ਇਹਦਾ ਜਵਾਬ ਉਹਨਾਂ ਕੋਲ ਨਹੀਂ ਹੈ। ਤੁਸੀਂ ਮਤਲਬ ਕਿ ਹਾਊਸ ਦੇ ਵਿੱਚ ਇਹੋ ਹੀ ਗੱਲਾਂ ਰੱਖ ਰਹੇ ਸੀ? ਜੀ ਇਹੋ ਹੀ ਗੱਲਾਂ, ਜਨਤਾ ਦੇ ਹੱਕ ਦੀਆਂ ਕਿ ਜਨਤਾ ਦੇ ਫਾਇਦੇ ਦੀਆਂ। ਇਹੋ ਰੈਜ਼ੋਲੂਸ਼ਨ ਸਾਡੇ ਮੇਅਰ ਸਾਹਿਬ ਦਾ ਅੱਗੋਂ ਕੀ ਰਵੱਈਆ ਰਿਹਾ ਕਿ ਤੁਹਾਨੂੰ ਇੰਨੀ ਵੱਡੀ ਗੱਲ ਸੁਣਨੀ ਪੈ ਗਈ? ਸਰ ਉਸ ਤੋਂ ਪਹਿਲੇ ਇੱਕ ਮੀਟਿੰਗ ਹੁੰਦੀ ਹੈ, ਇੱਕ ਫਿਲਟਰ ਮੀਟਿੰਗ ਹੈ ਜਿਹੜੀ ਕਿ ਇਸ ਤਰ੍ਹਾਂ ਮਤਲਬ ਇਹ ਸਾਰੇ ਜਿਹੜੇ ਰੈਜ਼ੋਲੂਸ਼ਨ ਇਹਨਾਂ ਨੇ ਇੱਕ ਨਵੀਂ ਮੀਟਿੰਗ ਬਣਾਈ ਦੀ ਹੈ, ਇੱਕ ਕਮੇਟੀ ਬਣਾਈ ਦੀ ਹੈ ਜਿਹੜੀ ਉਸਨੂੰ ਅਸੀਂ ਬਿਜ਼ਨਸ ਮੀਟਿੰਗ ਕੁਝ ਬੋਲਦੇ ਹਾਂ। ਓਕੇ। ਉਹ ਜਿਹੜੇ ਮਿੰਟਸ ਕੁਝ ਜਿਹੜੇ ਰੈਜ਼ੋਲੂਸ਼ਨਸ ਐਂਡ ਕੁਐਸਚਨਸ ਹਨ ਇਹ ਫਿਲਟਰ ਕਰ ਦਿੰਦੇ ਨੇ। ਠੀਕ ਹੈ। ਉਹਦੇ ਵਿੱਚ 9 ਲੋਕ ਬੀਜੇਪੀ ਦੇ ਨੇ, ਇੱਕ ਜਿਹੜਾ ਹੈ ਉਹ ਕਾਂਗਰਸ ਦੇ ਮੈਂਬਰ। ਉਹਦੇ ਕਨਵੀਨਰ ਖੁਦ ਮੇਅਰ ਸਾਹਿਬ ਹਨ। ਉਹਦੇ ਵਿੱਚ ਹੀ ਕੁਐਸਚਨ ਹੀ ਕੱਢ ਲਏ ਤਾਂ ਅਸੀਂ ਸਾਨੂੰ ਤਾਂ ਮੌਕਾ ਹੀ ਨਹੀਂ ਦਿੱਤਾ ਬੋਲਣ ਦਾ। ਅਸੀਂ ਤਾਂ ਬੋਲਣ ਤੱਕ ਸਾਨੂੰ ਤਾਂ ਪਹਿਲੇ ਹੀ ਸਾਨੂੰ ਤਾਂ ਕੋਖ ਵਿੱਚ ਹੀ ਮਾਰ ਦਿੱਤਾ। ਅਸੀਂ ਉਹ ਬੱਚੇ ਹਾਂ, ਅਸੀਂ ਤਾਂ ਉਹ ਬੱਚੇ, ਸਾਨੂੰ ਤਾਂ ਕੋਖ ਵਿੱਚ ਮਾਰ ਦਿੱਤਾ। ਅਸੀਂ ਬੱਚਿਆਂ ਦੀ ਗੱਲ ਕੀ ਕਰਨੀ ਸਮਾਜ ਦੀ, ਸੁਸਾਇਟੀ ਦੀ। ਮਤਲਬ ਕਿ ਜੋ ਸਰਦਾਰ ਯੁੱਧਵੀਰ ਸਿੰਘ ਜੀ ਨੂੰ ਕੱਲ ਖਾਲਿਸਤਾਨੀ ਕਹਿ ਕੇ ਬੁਲਾਇਆ ਗਿਆ, ਜੇ ਤਾਂ ਗੁਰੂ ਰਵਿਦਾਸ ਜੀ ਜਾਂ ਭਗਤ ਰਵਿਦਾਸ ਜੀ ਦੀ ਅਸੀਂ ਗੱਲ ਕਰੀਏ ਜਿਨ੍ਹਾਂ ਨੇ ਬੇਗਮਪੁਰਾ ਸ਼ਹਿਰ ਕੋ ਨਾਉ ਦੀ ਗੱਲ ਕੀਤੀ ਹੈ, ਜਿੱਥੇ ਕਿ ਕੋਈ ਭੁੱਖਾ ਨਾ ਰਹੇ, ਕੋਈ ਬੇਆਸਰਾ ਨਾ ਰਹੇ, ਇਸ ਤਰ੍ਹਾਂ ਦਾ ਸ਼ਹਿਰ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਸਾਉਣ ਦੀ ਗੱਲ ਕੀਤੀ ਗਈ। ਤੁਸੀਂ ਵੀ ਸ਼ਾਇਦ ਉਸੇ ਤਰ੍ਹਾਂ ਦੇ ਸਮਾਜ ਦੀ ਸੰਰਚਨਾ ਕਰਨ ਦੇ ਲਈ ਇੱਕ ਹੀਲਾ ਕੀਤਾ ਮੇਅਰ ਦੇ ਦਫ਼ਤਰ ਦੇ ਵਿੱਚ। ਫਿਰ ਤਾਂ ਤੁਹਾਨੂੰ ਮੇਰੇ ਖਿਆਲ ਦੇ ਵਿੱਚ ਅਗਰ ਕੋਈ ਖਾਲਿਸਤਾਨੀ ਕਹਿੰਦਾ ਤੁਹਾਨੂੰ ਤਾਂ ਬੜਾ ਪ੍ਰਾਊਡ ਫੀਲ ਹੋਣਾ ਚਾਹੀਦਾ ਸੀ। ਸਰ ਮੈਂ ਦੱਸਿਆ ਨਾ ਉਸ ਤਰੀਕੇ ਨਾਲ ਸੋਚਿਆ ਤਾਂ ਆਈ ਫੀਲ ਪ੍ਰਾਊਡ। ਵੈਰੀ ਨਾਈਸ। ਅਗਰ ਉਸ ਤਰੀਕੇ ਨਾਲ ਸੋਚਦੇ ਜੋ, ਲੇਕਿਨ ਤੁਸੀਂ ਸੋਚੋ ਜਦੋਂ ਰਵਿਦਾਸ ਜੀ ਬਨਾਰਸ ਦੇ ਪੀਰੀਅਡ ਦੇ ਵਿੱਚ ਉੱਥੇ ਬਨਾਰਸ ਵੀ ਰਹਿੰਦੇ ਆ ਜੀ, ਕਿਤਨਾ ਜਾਤੀਵਾਦ ਸੀ ਉਸ ਵੇਲੇ ਉੱਥੇ। ਜੀ ਬਿਲਕੁਲ ਸੀ। ਠੀਕ ਹੈ, ਬਿਲਕੁਲ। ਮੰਨੋ ਜੇ ਅੱਜ ਦੀ ਦਸ਼ਾ ਹੁੰਦੀ ਔਰ ਜਦੋਂ ਉਹ ਬੇਗਮਪੁਰਾ ਸ਼ਹਿਰ ਹੁੰਦੇ ਉਹਨਾਂ ਨੂੰ ਪਾਕਿਸਤਾਨੀ ਕਹਿਣਾ ਸੀ ਫਿਰ ਰਵਿਦਾਸ ਜੀ ਨੂੰ। ਬਿਲਕੁਲ। ਰਵਿਦਾਸ ਜੀ ਨੂੰ ਬਖਸ਼ਣਾ ਨਹੀਂ ਸੀ ਉਹਨਾਂ ਨੇ ਬੇਗਮਪੁਰਾ ਸ਼ਹਿਰ ਕੋ ਨਾ ਉਹਨੇ ਕਹਿਣਾ ਜੀ ਮੁਸਲਮਾਨ ਰਾਜ ਬਣਾ ਰਹੇ, ਪਾਕਿਸਤਾਨ ਬਣਾ ਰਹੇ ਜੀ। ਇਹ ਵੀ ਤਾਂ ਸੋਚੋ ਨਾ ਸਰ। ਮੈਂ ਕਿਹੜੀ ਗੱਲ ਕੀਤੀ ਸੀ ਮੈਨੂੰ ਅੱਜ ਕੋਈ ਮੈਂ ਜਸ਼ਪਾਲ ਸ਼ਰਮਾ ਜੀ ਆਨਰੇਬਲ ਕਾਰਪੋਰੇਟਰ ਹਨ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਹੱਥ ਜੋੜ ਕੇ ਕਹਿੰਦਾ ਤੁਸੀਂ ਜਿਹੜਾ ਮੈਨੂੰ ਖਾਲਿਸਤਾਨੀ ਕਿਹਾ ਮੈਨੂੰ ਕਿਸ ਵਜ੍ਹਾ ਨਾਲ ਕਿਹਾ ਜੇ ਮੈਨੂੰ ਪਲੀਜ਼ ਐਕਸਪਲੇਨ ਕਰ ਦਿਓ। ਮੈਂ ਤੁਹਾਡੇ ਕੋਲੋਂ ਸਪੈਸ਼ਲੀ ਅਲੱਗ ਮਾਫੀ ਮੰਗਾਂਗਾ, ਉਸ ਕੋਲੋਂ ਤਾਂ ਮੈਂ ਮੰਗ ਹੀ ਰਿਹਾ। ਮੈਨੂੰ ਇਹ ਤਾਂ ਦੱਸੋ ਮੇਰੇ ਕੋਲ ਕਿਹੜੀ ਐਸੀ ਮੇਰੇ ਕੋਲੋਂ ਤੁਸੀਂ ਲਫ਼ਜ਼ ਸੁਣਿਆ? ਮਤਲਬ ਕਿ ਤੁਸੀਂ ਇਹ ਯਸ਼ਪਾਲ ਜੀ ਨੂੰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਇਹੋ ਜਿਹੇ ਕਾਰਪੋਰੇਟਰ ਨੂੰ ਜਿਸ ਨੇ ਭਰੇ ਹਾਊਸ ਦੇ ਵਿੱਚ ਤੁਹਾਨੂੰ ਖਾਲਿਸਤਾਨੀ ਕਹਿ ਕੇ ਬੁਲਾਇਆ, ਤੁਸੀਂ ਉਹਨਾਂ ਕੋਲੋਂ ਇਹ ਪੁੱਛਣਾ ਚਾਹੁੰਦੇ ਹੋ ਕਿ ਭਾਈ ਮੈਨੂੰ ਇਹ ਤਾਂ ਦੱਸ ਦਿਓ ਤੁਸੀਂ ਕਿਸ ਮਕਸਦ ਨਾਲ ਮੈਨੂੰ ਖਾਲਿਸਤਾਨੀ ਕਿਹਾ? ਕੋਈ ਠੀਕ ਹੈ, ਬਹੁਤ ਵੱਡੇ ਵਿਚਾਰ ਨੇ ਤੁਹਾਡੇ, ਕਿਉਂਕਿ ਜਿਹੜਾ ਬੰਦਾ ਇੱਕ ਟੀਚਰ ਹੁੰਦਾ ਹੈ ਨਾ ਉਸ ਨੂੰ ਪਤਾ ਹੁੰਦਾ ਹੈ ਕਿ ਉਸਨੇ ਅੱਗੇ ਵਾਲੇ ਨੂੰ ਕਿਸ ਤਰ੍ਹਾਂ ਟੈਕਲ ਕਰਨਾ ਹੈ ਔਰ ਕਿਸ ਤਰੀਕੇ ਦੇ ਨਾਲ ਚਲਾਉਣਾ ਹੈ। ਤਾਂ ਸਰਦਾਰ ਯੁੱਧਵੀਰ ਸਿੰਘ ਜੀ ਨੇ ਵੀ ਆਪਣਾ ਉਹ ਜਿਹੜਾ ਐਜੂਕੇਸ਼ਨ ਦਾ ਸਿਸਟਮ ਵਾਲਾ ਜਿਹੜਾ ਲੋਕਾਂ ਨੂੰ ਵਿੱਦਿਆ ਦਾਨ ਦੇਣ ਵਾਲਾ ਸਿਸਟਮ ਜਿਹੜਾ ਇੱਥੇ ਇਹ ਕਾਰਪੋਰੇਟਰ ਬੀਜੇਪੀ ਦੇ ਕਾਰਪੋਰੇਟਰ ਨੂੰ ਵੀ ਇਹ ਵਿੱਦਿਆ ਦਾਨ ਹੀ ਦੇ ਰਹੇ ਨੇ ਕਿ ਭਾਈ ਸਮਝ ਆ, ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ।
ਤੁਸੀਂ ਲੋਕੀ ਜਿਹੜੇ ਇਹੋ ਜਿਹੀਆਂ ਛੋਟੀਆਂ ਗੱਲਾਂ ਕਰਕੇ ਇਹੋ ਜਿਹੀ ਕਿਸੇ ਨੂੰ ਖਾਲਿਸਤਾਨੀ, ਕਿਸੇ ਨੂੰ ਪਾਕਿਸਤਾਨੀ, ਕਿਸੇ ਨੂੰ ਅਲਗਾਵਵਾਦੀ, ਕਿਸੇ ਨੂੰ ਕੁਝ ਕਹਿ ਕੇ ਤੁਸੀਂ ਲੋਕੀ ਕਮਿਊਨਲ ਵਾਇਲੈਂਸ ਨੂੰ ਇਨਵੀਟੇਸ਼ਨ ਦਿੰਦੇ ਹੋ, ਜਦ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਇਹਦੇ ਆਧਾਰ ਤੇ ਚੱਲਣ ਵਾਲੀ ਖਾਸ ਕਰਕੇ ਪਗੜੀਧਾਰੀ ਸਿੱਖ ਕੌਮ ਜਿਹੜੀ ਹੈ ਉਹ ਇਸ ਆਧਾਰ ਤੇ ਚੱਲਦੀ ਹੈ ਕਿ ਕਿਸੇ ਦੇ ਨਾਲ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਤਕਰਾ ਨਾ ਹੋਵੇ, ਜਿਸ ਦੀਆਂ ਝਲਕੀਆਂ ਤੁਸੀਂ ਕਿਸਾਨੀ ਮੋਰਚੇ, ਪਾਣੀਆਂ ਦੇ ਮੋਰਚੇ ਅਤੇ ਕਈ ਇਸ ਤਰ੍ਹਾਂ ਦੇ ਮੋਰਚੇ, ਫਲੱਡ ਆ ਜਾਵੇ ਤਾਂ ਸਿੱਖ ਕੌਮ ਅੱਗੇ, ਕੋਈ ਭੁਚਾਲ ਆ ਜਾਵੇ ਤਾਂ ਸਿੱਖ ਕੌਮ ਅੱਗੇ, ਕਿਸੇ ਗਰੀਬ ਗੁਰਬੇ ਦਾ ਇਲਾਜ ਕਰਨਾ ਹੋਵੇ ਤਾਂ ਸਿੱਖ ਕੌਮ ਅੱਗੇ। ਮਜ਼ਾ ਤਾਂ ਹੈ ਉਸ ਵੇਲੇ ਵੀ ਤੁਸੀਂ ਸਾਨੂੰ ਖਾਲਿਸਤਾਨੀ ਕਹੋ ਤੇ ਅਸੀਂ ਪ੍ਰਾਊਡ ਫੀਲ ਕਰੀਏ ਕਿ ਵਾਕਿਆ ਵਿੱਚ ਅਸੀਂ ਕੁਝ ਚੰਗਾ ਕੰਮ ਕੀਤਾ। ਜਿਵੇਂ ਕਿ ਭਾਈ ਸਾਹਿਬ ਨੇ ਕਿਹਾ, ਸਰਦਾਰ ਸਾਹਿਬ ਨੇ, ਕਿ ਮੈਂ ਇਸ ਤਰੀਕੇ ਦੇ ਨਾਲ ਅਗਰ ਮੈਨੂੰ ਖਾਲਿਸਤਾਨੀ ਕਿਹਾ ਹੈ ਤੇ ਮੈਂ ਪ੍ਰਾਊਡ ਫੀਲ ਕਰਦਾ ਹਾਂ। ਅਸੀਂ ਉਸ ਖਾਲਿਸਤਾਨ ਦੀ ਸੰਰਚਨਾ ਨਹੀਂ ਕਰਨਾ ਚਾਹੁੰਦੇ ਜਿਹੜਾ ਸਿਰਫ ਘੁੱਟ ਕੇ ਥੋੜ੍ਹੀ ਜਿਹੀ ਜਗ੍ਹਾ 'ਤੇ ਰਹਿ ਜਾਵੇ। ਮਤਲਬ ਤੁਹਾਡਾ ਇਹ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਪੂਰਾ ਜਿਹੜਾ ਭਾਰਤ ਹੈ ਉਹ ਖਾਲਿਸਤਾਨ ਬਣੇ, ਖਾਲਿਸ ਹੋ ਜਾਏ। ਬਿਲਕੁਲ ਖਾਲਿਸ ਹੋ ਜਾਏ। ਤੋ ਬੀਜੇਪੀ ਦੀ ਜਿਹੜੀ ਨੈਸ਼ਨਲ ਪਾਰਟੀ ਬੀਜੇਪੀ ਹੈ, ਇਸ ਨੂੰ ਵੀ ਇਹ ਅਪੀਲ ਕੀਤੀ ਜਾਂਦੀ ਹੈ ਕਿ ਐਸੇ ਕੰਟਰੋਵਰਸ਼ੀਅਲ ਬੰਦਿਆਂ ਨੂੰ ਸਖਤ ਤੋਂ ਸਖਤ ਬਣਦੀ ਕਾਨੂੰਨ ਦੇ ਤਹਿਤ ਵੀ, ਕਿਉਂਕਿ ਇਹੋ ਜਿਹੇ ਬੰਦੇ ਤੇ ਸਿੱਖ ਕੌਮ ਦੀ, ਯਾਨੀ ਕਿ ਕਿਉਂਕਿ ਉਹਨਾਂ ਨੇ ਪੱਗ ਵੱਲ ਦੇਖ ਕੇ ਖਾਲਿਸਤਾਨੀ ਕਿਹਾ, ਸਿੱਖ ਕੌਮ ਨੂੰ ਜਿਹੜੀ ਉਹਦੀ ਆਸਥਾ ਨੂੰ ਜਿਹੜੀ ਹੈ ਠੇਸ ਪਹੁੰਚਾਈ ਹੈ, ਇਹਦੇ ਉੱਤੇ 295 ਅਤੇ 295A ਦਾ ਪਰਚਾ ਵੀ ਬਣਦਾ ਹੈ। ਅਤੇ ਕਈ ਸਿੱਖ ਜਿਹੜੀਆਂ ਜਥੇਬੰਦੀਆਂ ਹਨ ਉਹ ਵੀ ਤਤਪਰ ਹਨ ਕਿ ਅਗਰ ਪ੍ਰੋਫੈਸਰ ਸਾਹਿਬ ਹਰੀ ਝੰਡੀ ਦੱਸਣ ਤੇ ਇਹਦੇ ਉੱਤੇ ਕਾਰਵਾਈ ਕੀਤੀ ਜਾਏ। ਇਸ ਤੋਂ ਪਹਿਲਾਂ ਕਿ ਇਹ ਪੂਰੀ ਕਮਿਊਨਿਟੀ ਉਸ ਬੰਦੇ ਤੇ ਕਾਰਵਾਈ ਕਰੇ, ਮੈਂ ਬੀਜੇਪੀ ਦੇ ਜਿਹੜੇ ਪ੍ਰਭਾਰੀ ਨੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਅਤੇ ਜਿਹੜੇ ਨੈਸ਼ਨਲ ਲੈਵਲ ਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਜਲਦੀ ਤੋਂ ਜਲਦੀ ਐਸੀਆਂ ਸਿਉਂਕਾਂ ਨੂੰ ਜਿਹੜਾ ਹੈ ਉਹ ਕੱਢ ਕੇ ਬਾਹਰ ਫੈਂਕੋ, ਹਾਊਸ ਦੇ ਵਿੱਚੋਂ ਵੀ ਤੇ ਪਾਰਟੀ ਦੇ ਵਿੱਚੋਂ ਵੀ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਜੀ। ਆਪਸੀ ਸਾਂਝ ਟੀਵੀ ਇਹੋ ਜਿਹੇ ਜਿਹੜੇ ਪ੍ਰੋਫੈਸਰ ਸਾਹਿਬ ਵਰਗੇ ਜਿਹੜੀ ਹੋਰ ਵੀ ਹਸਤੀਆਂ ਨੇ ਇਹਨਾਂ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਾਉਂਦਾ ਰਹੇਗਾ। ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ। ਥੈਂਕ ਯੂ ਸਰ।